ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਸਾਰੇ ਅਸੀਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਨਾਲ ਗੱਜ ਵੱਜ ਕੇ ਬੋਲੋ ਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸੰਤਾਂ ਦੀ। ਜਿਸ ਵੇਲੇ ਵੀ ਸਾਡੇ ਜੀਵਨ ਦੇ ਵਿੱਚ ਨਿਤਾ ਪ੍ਰਤੀ ਜ਼ਿੰਦਗੀ ਦੇ ਵਿੱਚ ਐਸੇ ਕੁਝ ਘੜੀਆਂ ਆਉਂਦੀਆਂ ਹਨ ਜਦੋਂ ਅਸੀਂ ਇੱਕ ਰਚਨ ਹੈ ਤੇ ਇੱਕ ਰਚਨਹਾਰ ਹੈ। ਇੱਕ ਰਚਨਾ ਹੈ, ਰਚਨਾ ਦਾ ਰੂਪ ਅਸੀਂ ਸਾਰੇ ਹਾਂ, ਔਰ ਰਚਨਹਾਰ ਇਹ ਪਰਮ ਪਿਤਾ ਪਰਮਾਤਮਾ ਹੈ, ਹਰੀ ਹੈ, ਸੋਹਣ ਹੈ, ਜੋ ਸਾਨੂੰ ਸਭ ਨੂੰ ਬਣਾਉਣ ਵਾਲਾ। ਇਸ ਰਚਨਹਾਰ ਨੇ ਸਾਰੀ ਪ੍ਰਕਿਰਤੀ ਦੀ ਸਿਰਜਣਾ ਕੀਤੀ ਹੈ, ਜਿਹਦੇ ਵਿੱਚ ਜੜ ਚੇਤਨ ਸੂਖਸ਼ਮ ਇਹ ਸਾਰੀ ਹਰ ਪ੍ਰਕਾਰ ਦੀ ਜੋ ਜੀਵ ਹਨ, ਜੀਵ ਜੰਤੂ ਹਨ, ਸਾਰੇ ਆ ਜਾਂਦੇ ਨੇ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਨੂੰ ਮਾਲਕ ਖਾਲਕ ਨੇ ਇੱਕ ਐਸੀ ਸਰੀਰ ਬਖਸ਼ਿਆ ਹੈ, ਐਸੀ ਜੋਤ ਇਸ ਦੇ ਵਿੱਚ ਰੱਖ ਕੇ ਪੰਜ ਭੂਤਕ ਸਰੀਰ ਦੇ ਵਿੱਚ। ਔਰ ਜਦੋਂ ਅਸੀਂ ਦੇਖਦੇ ਹਾਂ ਮੈਡੀਕਲੀ ਵੀ, ਸਾਇੰਟੀਫਿਕਲੀ ਵੀ, ਇਹ ਮਨੁੱਖਾ ਜਨਮ ਪ੍ਰਾਪਤ ਕਰਨ ਵਾਸਤੇ ਬਹੁਤ ਹੀ ਕੰਪੀਟੀਸ਼ਨ ਲਾਈਨ ਲੱਗੀ ਪਈ ਹੈ। ਇੱਕ ਤੋਤੇ ਨੂੰ ਕੋਈ ਮਾਰਨ ਲੱਗਾ ਔਰ ਤੁਹਾਡੇ ਵਰਗੇ ਕਿਸੇ ਸੰਤ ਨੇ ਉਸ ਨੂੰ ਬਚਾ ਲਿਆ, ਤੇ ਜਦੋਂ ਬਚਾਇਆ ਤੇ ਕਹਿੰਦੇ ਨੇ ਉਹ ਤੋਤਾ ਬੋਲ ਪਿਆ ਕਿ ਮੈਨੂੰ ਤੂੰ ਕਿਉਂ ਬਚਾਇਆ। ਬਚਾਉਣ ਵਾਲਾ ਹੈਰਾਨ ਹੋ ਗਿਆ ਕਿ ਮੈਨੂੰ ਥੈਂਕ ਯੂ ਕਰਨ ਦੀ ਬਜਾਏ ਕਹਿ ਰਿਹਾ ਮੈਨੂੰ ਕਿਉਂ ਬਚਾਇਆ। ਪਰ ਤੋਤਾ ਕਹਿੰਦਾ ਹੈ ਮੈਨੂੰ ਤੂੰ ਕਿਉਂ ਬਚਾਇਆ, ਕਿਉਂਕਿ ਮੈਨੂੰ ਅਗਲਾ ਜਨਮ ਮਨੁੱਖ ਦਾ ਮਿਲਣ ਵਾਲਾ ਸੀ, ਹੁਣ ਉਹਦੇ 'ਚ ਡਿਲੇ ਹੋ ਜਾਏਗੀ। ਸੰਤ ਜਨੋ, ਇਹ ਕਹਾਣੀਆਂ ਇੰਜ ਹੋਇਆ ਨਹੀਂ ਹੋਇਆ, ਲੇਕਿਨ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵਾਕਈ ਮਨੁੱਖਾ ਜਨਮ ਜੋ ਹੈ ਬਹੁਤ ਕੀਮਤੀ ਹੈ, ਕਿਉਂਕਿ ਇਸ ਜਨਮ ਦੇ ਵਿੱਚ ਅਸੀਂ ਮੋਕਸ਼ ਦੀ ਪ੍ਰਾਪਤੀ, ਮੁਕਤੀ ਦੀ ਪ੍ਰਾਪਤੀ ਕਰ ਸਕਦੇ। ਔਰ ਇਹਨਾਂ ਕੰਪੀਟੀਸ਼ਨ ਹੈ ਕਿ 84 ਲੱਖ ਜੂਨਾਂ ਜੋ ਵੱਖੋ ਵੱਖ ਰੂਪਾਂ ਦੇ ਵਿੱਚ ਅਸੀਂ ਦੇਖਦੇ ਹਾਂ, ਉਹ ਕਿਊ ਦੇ ਵਿੱਚ ਨੇ, ਲਾਈਨ ਵਿੱਚ ਲੱਗੀਆਂ ਨੇ। ਬੇਸ਼ੱਕ ਕਿਸੇ ਡਾਕਟਰ ਨੂੰ ਪੁੱਛ ਲੈਣਾ, ਜਦੋਂ ਵੀ ਕਿਸੇ ਲਈ ਹੋਏ ਮੇਲ, ਜਦੋਂ ਇੱਕ ਔਰਤ ਤੇ ਮਰਦ ਜਿਉਂਦੇ ਉਹ ਦੋਵੇਂ ਮਿਲਦੇ ਹਨ, ਤੇ ਉਸ ਵਕਤ ਜੋ ਜਿਉਂਦਿਆਂ ਦੇ ਵਿੱਚੋਂ ਉਹ ਕਣ ਨਿਕਲਦੇ ਨੇ ਉਹ 10 ਲੱਖ ਤੋਂ ਉੱਤੇ ਹੁੰਦੇ ਹਨ, ਜਿਹੜੇ ਕਿ ਮਾਂ ਦਾ ਗਰਭ ਧਾਰਨ ਕਰਨ ਲਈ ਭੱਜਦੇ ਨੇ। ਰੇਸ ਹੁੰਦੀ ਹੈ, ਰੇਸ, ਕਿਉਂਕਿ ਮਾਂ ਦੇ ਗਰਭ ਵਿੱਚ ਇੱਕ ਪ੍ਰਵਾਨ ਹੁੰਦਾ ਹੈ, ਕਦੇ ਕਦੇ 2 ਵੀ ਹੋ ਜਾਂਦੇ ਨੇ ਜੋੜੇ ਜਦੋਂ ਜੰਮਦੇ ਨੇ, ਬਾਕੀ ਸਾਰੇ ਗਰਭ ਧਾਰਨ ਕਰਨ ਤੋਂ ਪਹਿਲਾਂ ਹੀ ਮਰ ਮੁੱਕ ਜਾਂਦੇ ਨੇ। ਇਤਨਾ ਵੱਡਾ ਕੰਪੀਟੀਸ਼ਨ ਹੈ, ਔਰ ਤੁਹਾਨੂੰ ਡਾਕਟਰ ਦਿਖਾ ਵੀ ਸਕਦਾ ਹੈ। ਇਸ ਵਾਸਤੇ ਮਨੁੱਖਾ ਜਨਮ ਇੰਨਾ ਦੁਰਲਭ ਹੈ ਕਿ ਇਸ ਦੀ ਪ੍ਰਾਪਤੀ ਵਾਸਤੇ ਇਤਨਾ ਜ਼ਿਆਦਾ ਕਿਊ ਲਾਈਨਾਂ ਲੱਗੀਆਂ ਨੇ। ਉਸੇ ਜਨਮ ਨੂੰ ਸਾਨੂੰ ਵੀ 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਏਦਾ। ਮਾਲਕ ਕਿਰਪਾ ਕਰੇ ਅਸੀਂ ਚੂਕੀਏ ਨਾ, ਦਾਤਾਰ ਸਾਡੇ ਸਿਰ ਤੇ ਹੱਥ ਰੱਖੇ। ਔਰ ਅੱਜ ਦਾਸ ਆਪ ਸਾਰੇ ਗੁਰਮੁਖਾਂ ਪਿਆਰਿਆਂ ਦੇ ਨਾਲ, ਗੁਰੂ ਭਗਤਾਂ ਦੇ ਨਾਲ ਅੱਜ ਭਾਦਰੋਂ ਦੇ ਮਹੀਨੇ ਦੀ ਸਾਂਝ ਪਾਣੀ ਚਾਹੁੰਦਾ ਹੈ। ਭਾਦਰੋਂ ਦੇ ਮਹੀਨੇ ਵਿੱਚ
सानू करन वास्ते की किया गया है। संतां ने दस्सिया कि रचना दे विच ही रहिंदे होए जो रचनहार ने बनाई है, इस दुनिया विच रहिंदे होए सानू इस दुनिया च भेजिया। जे किते होर जगह भेजना हुंदा ते उधर भेजदे, सानू भेजिया है और इत्थे ही असीं रह के इस दुनिया दे विच रहिंदियां होइयां भगती करनी है, मालिक नूं जानना है, इसदी प्राप्ति करनी है, एक अच्छे इंसान बनना है। सच्चे पातशाह सानू फरमांदे ने कि भादरों विच की करना है। मारे कहंदे भादरों भरम भुलाया, माया संग प्यार। साध संगत अज दे इंसान दा प्यार जिहड़ा है माया नाल, माया जिहड़ी बनी है इहनूं ध्यान नाल समझ लेना कि ये कोई माड़ी चीज़ नहीं है। ये बिल्कुल तुहाडे मेरे वास्ते मालिक खालक ने जो बनाई है, क्योंकि जदों असी इस माया दा दुरुपयोग करने फिर माया बनदी है। हुण तुसीं देखो, जे तनख्वाह मिली फर्ज करो 1000 यूरो जां 1000 पाउंड महीने दी, ਉਹਦੇ ਵਿੱਚੋਂ ਅਸੀਂ 10 ਯੂਰੋ ਜਾਂ 10 ਪਾਉਂਡ ਗੁਰੂ ਘਰ ਵਿੱਚ ਜਾਂ ਸਾਧ ਸੰਗਤ ਵਿੱਚ ਦਾਨ ਕਰ ਦਿੱਤਾ, ਉਹ ਤੇ ਪਵਿੱਤਰ ਹੋ ਗਿਆ। ਔਰ ਉਹਦਾ ਸਬੂਤ ਇਹ ਵੀ ਹੈ ਕਿ ਤੁਸੀਂ ਫਰਜ਼ ਕੀਤਾ, ਮੈਂ ਕਿਹਾ ਕਰਨਾ 2 ਦਰਜਨਾਂ ਕੇਲੇ ਲਏ ਗੱਡੀ 'ਚ ਰੱਖ ਲਏ ਨੇ, ਲੇਕਿਨ ਉਹਨਾਂ 'ਚੋਂ 1 ਦਰਜਨ ਜਿਹੜਾ ਉਹ ਤੁਸੀਂ ਗੁਰੂ ਘਰ ਵਿੱਚ ਮੱਥਾ ਟੇਕ ਦਿੱਤਾ, 1 ਦਰਜਨ ਗੱਡੀ 'ਚ ਰਹਿ ਗਏ, ਘਰ ਲੈ ਜਾਣਾ। ਸੰਤ ਜਨੋ, ਜਿਹੜਾ ਤੁਸੀਂ ਗੁਰੂ ਘਰ ਦੇ ਵਿੱਚ ਸਾਧ ਸੰਗਤ ਵਿੱਚ ਮੱਥਾ ਟੇਕ ਦਿੱਤਾ, ਉਹਨਾਂ ਨੂੰ ਕੋਈ ਕੇਲਾ ਨਹੀਂ ਕਹਿੰਦਾ, ਫਿਰ ਉਹਨਾਂ ਨੂੰ ਪ੍ਰਸ਼ਾਦ ਕਿਹਾ ਜਾਂਦਾ ਹੈ, ਪ੍ਰਸ਼ਾਦ ਬਣ ਜਾਂਦਾ ਹੈ। ਤੇ ਘਰ ਜਦੋਂ ਲੈ ਕੇ ਜਾਂਦੇ ਆ, फर्ज किया गुरु घर दे विचों सानू 1 केला दिता, आ लो प्रशाद है। घर जाके भी ये भी कहने प्रशाद लो जी, हलवा असी घर भी बनाने, घर वाले हलवे नूं हलवा कहने, लेकिन उसे आटे घ्यो खंड ते पानी नाल बनिया होया प्रशाद गुरु घर विच जदों मिलता है ते असी उहनूं प्रशाद कहने। ये गल साबित करती है कपड़ा वही हुंदा, उस कपड़े दे विचों असी 1.25 मीटर कटवा के रुमाला बनाने, और रुमाला हो जाता। लेकिन उसे थान दे नालों किसी ने कटवा के कमीज बनाई हो तो वो कमीज बनती, और रुमाला नहीं हुंदा। कहन तो भाव है कि प्रकृति ये रचना जो है, जदों असीं रचना नूं मालिक दे नाल मिला के जदों असीं रचना नूं मालिक नूं भेंट करदे हां, वो फिर साडी भगती हो जाती है, प्रवान हो जाती है। और जिहड़ी असीं अपने तक रखने या दुरुपयोग करने वो माया होती है। तो महाराज कहते हैं भादरों भरम भुलाया, माया संग प्यार। ये भरमां दे विच पै के, क्योंकि जिन्ना चिर भरम टुटदे नहीं उन्ना चिर माया नाल ही प्यार हुंदा है। भरम कदों टुटदे ने? जदों सानूं सच दा मार्ग मिलदा है, जदों संतां दी शरनागत मिलदी है, संतां दी चरण धूड़ी मिलदी है, फिर संत जनों साडे भरम टुटदे ने। अज तक इतिहास देख लो, सतगुरु रविदास जी महाराज का इतिहास देख लो, सतगुरु कबीर जी का, नामदेव का, जितने भी अज तक गुरु पीर होए ने उन्हां दा इतिहास साडे पास है। और उहदे विच साक्षात सानूं ये सिक्ख्या मिलती है कि भरम दा भांडा जिहड़ा है वो सतगुरु नूं मिल के, संतां नूं मिल के ही टुटदा है। वरना अज दे जमाने विच असीं देखदे हां
कि भरमां नूं वाधा ते कर रहे हैं लोग, होर भरम ते पा रहे ने, लेकिन भरम नूं कट्टण वाला कोई नहीं है। साध संगत चंगे भले सत्संग आउंदे होए जो मेरे नाल एक वारी होया कि एक सत्संग विच आउण वाले भैन मैनूं कहण लगे, महापुरुषों साडे घर आयो, इत्थे हैंड्सवर्थ दी गल है। और मैं सत्संग तो बाद गया उन्हां दे घर, और वो उस वेले इकल्ले सन घर च। मैं डरा भी कि भाई दाता भली करे, इज्जत अपने हथ हुंदी है। मैं नॉर्मली किते नहीं जाता, जदों घर आदमी होवे तां ही है, लेकिन क्योंकि उन्हें मैनूं कहा मैनूं जरूरी काम है, वो मैनूं आखण लगे कि तुसी जरा उपर बैडरूम च आओ। बैडरूम चला गया और उस औरत ने मतला चुकिया मैट्रेस, उहदे थल्ले तवीत पए सन। वो मैनूं आखण लगी कि मेरे पति ने ये वेखो मेरे ते तवीत पाए ने। पति ते पत्नी दा रिश्ता जिहड़ा इन्ना पाक ते पवित्र गिणिया गया है, जिहदे बारे क्या धन पर से ना आखिए बहन इकट्ठे होए, एक जोत दोए मूर्ति धन पर कहिए सोए। ਇਹ सच्ची गल मैं जो मेरे नाल हुई ਉਹ दस रहा तुहानूं। इन्ने पवित्र रिश्ते दे विच भिन्न भेद करना, इहो जे काम करने, दसो कित्थे तुसीं गृहस्थ मार्ग जाएगा कित्थे? किस तरीके नाल तुसीं अगे बच्चे पालोगे? बच्चे तुहाडे तो की सीखणगे? ते मैं जो कुछ मैं सिੱਖਿਆ तुहाडे दरबार चों, साध संगत चों, उस बच्ची नूं मैं सिमरन कराया, तवीत लैके मैं जेब च पा ले, मैं जाके पानी च प्रवाह कर देंगा। वो मैं घर आ गया, सीधा घर आया तो कुदरती साडा ड्रैसिंग टेबल जिहड़ा है अपने साडे बैडरूम च, उत्थे मैं रख दिते भी जदों किसी दरिया या किसी नहर नूर दे लागे जाऊंगा तो प्रवाह कर दें। और मैं भुल गया, 5-6 महीने उत्थे ही पे रहे। वो मेरी धर्म पत्नी दी एक दिन नजर चली गई, वो कहती ये की है, तां मैनूं याद आया। मैं क्या भागवान ने भी आ चीज़ है, मैं सारी कहानी दसी, ना मैं लिया, ना तो नहीं लेना चाहिए ना। मैं क्या भी आ चीज़ है, ते कहण लगी कि कमाल कीती, उन्हां दे तवीत लिया के अपने घर रख ले जी। मैं क्या साडा की विगड़िया, क्योंकि भरम कट्टे ने। जे भरम ना कट्टे हुंदे ते साडे घर भी कलेश पै जांदा। इस वते भादरों दे महीने विच महाराज सानूं ये हुक्मनामा कर रहे हैं पावन अमृत बाणी च कि भादरों भरम भुलाया, माया संग प्यार। भरमां विच तू पिया, इस वास्ते तू ये परमात्मा दी बनाई हुई रचना जिहड़ी है ये माया कर दिती तू भरमा करके, वरना ये रब दी दिती दात है। गुरबिन शांत ना पाए है जन्म मरण में बारंबार। मानुष जन्म मिलिया जन्म मरण कट्टण लई, लेकिन क्योंकि भरमा च पै गए, ਇਹੋ ਜਿਹੇ ਭਰਮ रब करे तुहाडे घर ना आउण कदे। कोई किसी चेले दे, कोई किसी भूतां प्रेतां ते धागे तवीतां दे। सब तो वड्डा जे कोई सुरक्षा तुहानूं चाहीदी है ते आ बाणी वेखो, ਇਹਦੇ अनुसार अपना जीवन बनाओ, वाल विंगा नहीं होएगा, वाल विंगा नहीं होएगा। साध संगत एक गारंटी है, जो होए तो मैनूं फड़ लेना। अजे 5-7 साल मैं जाना नहीं, किते मरदा नहीं मैं। तो कहते ने कि गुरु दे बिना शांति नहीं आ सकती, गुर बिन शांत ना पाए है जन्म मरण में जन्म मरण दे विच बारंबार सतगुरु रविदास जी कहते ने कटना असीं जन्म मरण है, लेकिन भरमां विच पै गए हैं। इस वास्ते जिन्हां विसारिया राम नाम गुर चरनी नहीं प्यार, जिन्हां नूं भी पत्थर ते लकीर है, इन्हां बचनां नूं टालिओ ना, इन्हां बचनां नूं टालना ही पाप है। ਉਹ ਮਾਰੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਰਾਮ ਨਾਮ ਵਿਸਾਰ ਲਿਆ, ਰਾਮ ਸਤਿਗੁਰੂ ਨੂੰ ਕਹਿੰਦੇ ਨੇ, ਨਾਮ ਰੱਬ ਨੂੰ ਕਹਿੰਦੇ ਨਿਰੰਕਾਰ।
ਜਿਨ੍ਹਾਂ ਨੇ ਰਾਮ ਨਾਮ ਵਿਸਾਰ ਦਿੱਤਾ ਹੈ, गुरचरनी नहीं प्यार, गुरु के चरणों नाल प्यार नहीं है। त्रिग तिन्हां का जीवना काहू आए संसार। त्रिग कहंदे ने लानत नूं, लानत है उन्हां दे जीन दे उत्ते। वो आए क्यों संसार दे विच, की आके लिया उन्हां, की खटिया की। इस वास्ते संत जन महाराज कहंदे ने त्रिग तिन्हां का जीवना काहू आए संसार, भव जल माए भवंदियां ना और वार ना पार। ना इधर ना उधर। साध संगत किसे पासे ते लगे बंदा, इस भाव जल दे विच घुमदियां भौंदियां ही इस भरम करके, ना और वार ना पार। गुर चरणन का आसरा जिन मन लीना तार। हुणे पहली पौड़ी है, जिसने भी गुरु दे चरणों का निश्चा कर लिया, जिसने भी गुरु चरणों दे चरणों ने जोड़ लिया मन, गुर चरणन का आसरा जिन मन लीना हाथ तार। जिस भी मन ने इसनू धारण कर लिया, और मारे फिर गारंटी देंदे ने कर डंडौत गुर चरण में भावने दुतरे पार। एक पासे ते वो है जिहड़ा भरमा दे विच भवंदियां ना और वार ना पार। दूजा पासा तुहानूं दस दिता महाराज ने, एक पासा भी है साडे सामने है, दूजा पासा भी साडे सामने है। जे गुरु चरनां दे नाल असीं आसरा लै लिया, जिन्हां ने मन विच धारण कर लिया, कहंदे ने फिर वो कर डंडौत गुर चरण में। डंडौत कहंदे ने डंडे वांगू सीधे हो गए, नमस्कार करनी, पैरी पैना, पैरी पाउणा जग वरताया। और संत जनों फिर कहते ने वो फिर भावने चो पार हो जाएगा। चाहे सुन साडी है, असी परमात्मा नूं दोष नहीं दे सकते। संत जनों इहो इदां ही जन्म, इस जन्म दे विच अपनी नेक कमाई करदिआं, कारोबार करदिआं। साध संगत एक बारी एक बंदा 5 टाइम नमाज पढ़ता सी, और हर वेले उन्हें हज भी कीते सन, और बड़ा ही उहदे मन च सी कि मैं तो बहुत धर्मी बंदा, अल्लाह नूं मैं याद करदा। लेकिन एक दिन उन्हें सुपना आया कि जिहड़ा सब तो चंगा भगत है मेरा, वो जिहड़ा पंसारी दी दुकान है वो है। ये बंदा बेचारा घबरा गया कि मैं तो समझदा सा मैं ही, मैं कई बारी हज किया, कई बारी दान भी करना, मैं ज़कात भी देना, सब कुछ करना, ते चंगा वो है। मन चाही भी जाके वेखां ते सही, जाके वेखां ते सही मैं। और संत जन चला गया और वेखदा रहा सारा दिन, एक पासे जे बह गया। पासे जे बह गया ते वेखे भी ये नमाज भी नहीं पढ़न दी उठिया, तकड़ी तो ली जांदा, ते कोई इन्हें रब का नाम ही नहीं लिया, ते ये किवें सब तो उत्तम हो गया। और साध संगत उन्हें भी वेख लिया, दुकानदार ने भी ताड़ लिया। उन्हें क्या भाजी तुसीं बड़ी देर ते बैठे हो, की गल है? वो आखन लगा जी भी आ गल है, मैनूं सुपना आया है भी मैनूं रब ने कहा भी तुसीं बहुत वड्डे भगत हो, ते मैं देखदा सी तुसीं कोई पाठ पूजा, कोई माला भी नहीं जपदे पए, ते तुसीं किवें वड्डे हो गए? साध संगत वो कहने लगा चलो इदा है, तेल दी पली है, ये लै जाओ, ते इस गली दे अखीर तक हो के आओ, फिर मैं तुहाडे प्रश्न का उत्तर देंगा। ते वेखियो तेल डुले ना। उस व्यक्ति ने हाथ में पली फड़ ली और गली के अखीर तक उन्हें जाना सी, हौली हौली गया। ते प्रश्न का उत्तर मिलना सी, किते तेल ना डुल जे, तेल डुल गया तो फिर नहीं मिलना। वो पूरा
ਇੱਕ ਮਨ ਇੱਕ ਚਿੱਤ ਹੋ ਕੇ ਤੇ ਉਹ ਗਲੀ ਦੇ ਅਖੀਰ ਤੱਕ ਗਿਆ ਤੇ ਮੁੜ ਕੇ ਆ ਗਿਆ ਅੱਧੇ ਪੌਣੇ ਘੰਟੇ 'ਚ। ਤੇ ਉਹਨਾਂ ਨੇ ਉਹਨੂੰ ਪੁੱਛਿਆ, ਫਿਰ ਉਸ ਦੁਕਾਨਦਾਰ ਮਹਾਂਪੁਰਸ਼ ਨੇ, ਉਸ ਫਕੀਰ ਨੇ ਪੁੱਛਿਆ ਕਿ ਮੈਨੂੰ, ਉਹ ਕਹਿਣ ਲੱਗਾ ਦੇਖੋ ਜੀ ਮੈਂ ਤੇਲ ਨਹੀਂ ਡੁੱਲਾ। ਕਹਿੰਦੇ ਕਿ ਆ ਪਿਛਲੇ ਪੌਣੇ ਘੰਟੇ ਵਿੱਚ ਜਿਹੜਾ ਤੁਸੀਂ ਹੋ ਕੇ ਆਏ ਹੋ, ਕਿੰਨੀ ਵਾਰੀ ਅੱਲਾ ਨੂੰ ਯਾਦ ਕੀਤਾ ਸਜੇ? ਆਖਣ ਲੱਗਾ ਜੀ ਇੱਕ ਵਾਰੀ ਵੀ ਨਹੀਂ। ਕਿਉਂ ਨਹੀਂ ਕੀਤਾ? ਕਹਿੰਦੇ ਮੇਰਾ ਧਿਆਨ ਤੇ ਤੇਲ ਵੱਲ ਸੀ ਵੀ ਡੁੱਲੇ ਨਾ। ਸਾਧ ਸੰਗਤ ਉਹਨਾਂ ਕਿਹਾ ਕਿ ਮੈਂ ਤੇਲ ਤੋਲਦਾ ਵੀ, ਤਾਲ ਆਟਾ ਤੋਲਦਿਆਂ ਵੀ ਮੇਰਾ ਧਿਆਨ ਖੁਦਾ ਦੇ ਵਿੱਚ ਹੁੰਦਾ, ਰੱਬ 'ਚ ਹੁੰਦਾ, ਹਰੀ ਦੇ ਵਿੱਚ ਹੁੰਦਾ। ਇਸ ਵਾਸਤੇ ਕੋਈ ਮੂੰਹ ਕਹਿਣ ਨਾਲ ਰੱਬ ਰੱਬ ਉਹ ਨਹੀਂ ਬਣਦਾ। ਸੋ ਸੰਤ ਜਨੋਂ ਇਹ ਕਿੱਥੋਂ ਮਿਲਦੀ ਏ? ਇਹ ਕਹਿੰਦੇ ਗੁਰਦੇਵ ਗੁਰੂ ਸਮਝ ਕੇ ਕਰੀ ਸ਼ੁਕਰ ਵਿਚਾਰ। ਇਹ ਸਿੱਖਿਆ ਮਿਲਦੀ ਏ ਸਤਿਗੁਰੂ ਦੇ ਕੋਲੋਂ, ਮਹਾਤਮਾ ਦੇ ਕੋਲੋਂ ਮਿਲਦੀ ਹੈ, ਹੋਰ ਕਿਤੋਂ ਮਿਲਦੀ ਨਹੀਂ। ਔਰ ਮਹਾਰਾਜ ਵੇਖੋ ਸਾਫ਼ कहता है गुरुदेव गुरु समझ के करी शुक्र विचार। फिर विचार कर, क्योंकि किते होर तैनू ये नहीं मिलनी। और महाराज कहते ने बंदना भगती छठी ए करे शिष वडभाग। वो शिष वो भगत बड़े ही वड्डे भागां वाला है, ਜਿਹੜਾ ਅਜਿਹੀ ਭਗਤੀ ਕਰਦਾ ਹੈ, ਜਿਹੜਾ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਾਪਤੀ ਕਰਕੇ ਸੱਚ ਨੂੰ ਜਾਣ ਲੈਂਦਾ ਹੈ। ਉਹ ਸੱਚ ਨੂੰ ਜਿਹੜਾ ਕਦੇ ਸਾਡੇ ਤੋਂ ਦੂਰ ਹੋ ਹੀ ਨਹੀਂ ਸਕਦਾ, ਉਹ ਸੱਚ ਨੂੰ ਜਿਹੜਾ ਸਾਡੇ ਸਰਬ ਵਿਆਪਕ ਹੈ, ਕਣ ਕਣ 'ਚ ਹੈ, ਪੱਤੇ ਪੱਤੇ 'ਚ ਹੈ, ਸਾਡੇ ਚਾਰੋਂ ਤਰਫ ਹੈ। ਜਿਵੇਂ ਮੱਛੀ ਦੇ ਚਾਰੇ ਪਾਸੇ ਪਾਣੀ ਹੁੰਦਾ, ਇੰਝ ਹੈ ਜਿਹੜਾ। ਮਹਾਰਾਜ ਕਹਿੰਦੇ ਨੇ ਗੁਰਦੇਵ ਨੂੰ ਗੁਰੂ ਸਮਝ ਕੇ, ਉਹਦੇ ਕੋਲ ਗੁਰ ਲੈ ਕੇ ਫਿਰ ਇਹ ਤੇ ਵਿਚਾਰ ਕਰ। ਬੰਦਨਾ ਭਗਤੀ ਛੱਡੀਏ ਕਰੇ ਸ਼ਿਸ਼, ਵੱਡਾ ਭਾਗਾਂ ਵਾਲਾ ਸ਼ਿਸ਼ ਜਿਹੜਾ ਉਹ ਇਸ ਦੀ ਵਿਚਾਰ ਕਰਦਾ ਹੈ। ਅਵਰ ਕਰਮ ਸਭ ਤਿਆਗ ਕਰ ਗੁਰ ਕੀ ਚਰਨੀ ਲਾਗ। ਇਹ ਤੁਹਾਡੇ ਤੇ ਹੈ। ਜੇ ਤੁਸੀਂ ਪਾਠ ਪੂਜਾ ਹੋਰ ਵਰਤ ਨੇਮ ਤੇ ਵਹਿਮਾਂ 'ਚ ਰਹਿਣਾ ਤਾਂ ਵੀ ਕਿਉਂ, ਫਿਰ ਕੀਤੇ ਦਾ ਫਲ ਹੀ ਮਿਲਣਾ। ਰੱਬ ਨੇ ਇਹ ਨਹੀਂ ਦੇਖਣਾ, ਫਿਰ ਤੇ ਕੀਤੇ ਦਾ ਫਲ ਹੀ ਦੋਸਤੋ ਮਿਲਣਾ ਜੇ। ਜੋ ਤੁਸੀਂ ਬੀਜੋਗੇ ਉਹੀ ਉਗਣਾ ਜੇ। ਔਰ ਮਹਾਰਾਜ ਕਹਿੰਦੇ ਨੇ ਤੂੰ ਇਹ ਛਠੀ ਭਗਤੀ ਕੋਈ ਵੱਡੇ ਭਾਗਾਂ ਵਾਲਾ ਕਰਦਾ ਹੈ। ਛਠੀ ਹੈ ਦੁਨੀਆ ਦੇ ਭਗਤੀਆਂ, ਉਹ ਬਣੀਆਂ ਜੰਗਲਾਂ ਚੱਲ ਜਾਓ, ਕੱਪੜੇ ਲਾ ਦਿਓ, ਨਗਨ ਹੋ ਜਾਓ, ਸਵਾਹ ਮੰਨ ਲਓ, ਨੀਲੇ ਭਗਵੇ ਪਾ ਲਓ, ਇਹ ਛੱਡ ਦਿਓ ਉਹ ਛੱਡ ਦਿਓ। ਜਿਹੜੀਆਂ ਚੀਜ਼ਾਂ ਛੱਡਣ ਵਾਲੀਆਂ ਨੇ ਉਹ ਕਹਿੰਦਾ ਨਹੀਂ ਕੋਈ। ਸਾਧ ਸੰਗਤ ਸੰਤ ਕੋਈ ਕਹਿੰਦਾ ਤੂੰ ਇਹ ਖਾਣਾ ਛੱਡ ਦੇ, ਇਹ ਪੀਣਾ ਛੱਡ ਦੇ, ਉਹ ਛੱਡ ਦੇ, ਛੱਡ ਦੇ, ਬਥੇਰੇ ਕਹਿੰਦੇ ਨੇ। ਆ ਸਾਡੇ ਬਹੁਤ ਹੀ ਪਿਆਰੇ ਜੈਨ ਭਰਾ ਬਹੁਤ ਚੰਗੇ ਲੋਕ ਨੇ, ਉਹ ਜਿਹੜੀ ਚੀਜ਼ ਵੀ ਜ਼ਮੀਨ ਦੇ ਵਿੱਚ ਹੁੰਦੀ ਉਹਨੂੰ ਲੈਂਦੇ ਖਾਂਦੇ ਹੀ ਨਹੀਂ। ਉਹਨਾਂ ਦਾ ਆਪਣਾ ਵਿਸ਼ਵਾਸ। ਅਸੀਂ ਇਹ ਨਹੀਂ ਕਹਿੰਦੇ ਵੀ ਕਿਉਂ ਇੰਝ ਕਰਦੇ ਹੋ, ਲੇਕਿਨ ਸੱਚੀ ਗੱਲ ਤੇ ਹੈ ਛੱਡਣ ਵਾਲੀ ਤੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਛੱਡਣ ਵਾਲੀ ਤੇ ਬੁਰਾਈ, ਉਹਨੂੰ ਛੱਡਦੇ ਨਹੀਂ, ਉਹ ਹੋਰ ਵਧੀ ਜਾਂਦੀ ਹੈ। ਤੇ ਜਿਹੜੀਆਂ ਚੀਜ਼ਾਂ ਦਾ ਕੋਈ ਫਰਕ ਹੀ ਨਹੀਂ, ਕਿਉਂਕਿ ਮਨ ਦੇ ਉੱਤੇ ਅਸਰ ਤੇ ਉਹਨਾਂ ਚੀਜ਼ਾਂ ਦਾ ਨਹੀਂ ਹੈ। ਮਨ ਤੇ ਅਸਰ ਤੇ ਜਿਹੋ ਜਿਹੀ ਸੰਗਤ ਕਰਦੇ ਹੋ, ਜਿਹੋ ਜਿਹੇ ਲੋਕਾਂ 'ਚ ਬਹਿੰਦੇ ਹੋ, ਉਹ ਹੈ। ਉਸ ਪਾਸੇ ਧਿਆਨ ਨਹੀਂ ਤੇ ਚੀਜ਼ਾਂ ਛਡਾਉਣ ਵਾਲੇ ਪਾਸੇ ਧਿਆਨ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਅਵਰ ਕਰਮ ਸਭ ਤਿਆਗ ਕਰ ਗੁਰ ਕੀ ਚਰਨੀ ਲਾਗ। ਸਾਰੇ ਕਰਮ ਤਿਆਗ ਦੇ ਤੇ ਗੁਰੂ ਦੀ ਚਰਨ ਸ਼ਰਨਾਂ ਵਿੱਚ ਲੱਗ ਜਾ, ਬਸ ਇੰਨਾ ਕੰਮ ਹੈ। ਔਰ ਸੰਤ ਜਨੋਂ ਆਓ, ਦਾਸ ਇਹੀ ਅਰਦਾਸ ਕਰਦਾ ਕਿ ਇਹ ਮਹਾਂਪੁਰਸ਼ਾਂ ਦੇ ਬਚਨ ਨੇ, ਇਹ ਹੁਕਮਨਾਮੇ ਨੇ, ਇਹਨਾਂ ਅਨੁਸਾਰ ਚੱਲਦੇ ਰਹੀਏ।
ਇੱਕ ਛੋਟਾ ਜਿਹਾ ਅਸੀਂ ਬ੍ਰੇਕ ਲੈ ਕੇ ਫਿਰ ਹਾਜ਼ਰੀ ਭਰਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ ਜੀ। ਸਾਧ ਸੰਗਤ ਜੀ, ਆਪ ਜੀ ਦਾ ਸਵਾਗਤ ਹੈ। ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੀਏ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਅਰਦਾਸ ਆਪ ਜੀ ਨਾਲ ਭਾਦਰੋਂ ਦੇ ਮਹੀਨੇ ਦੀ ਸਾਂਝ ਪਾ ਰਿਹਾ। ਮੈਂ ਆਪ ਜੀ ਨੂੰ ਸਮਝਾ ਨਹੀਂ ਰਿਹਾ, ਅਸੀਂ ਆਪ ਸਾਰੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਤਿਗੁਰਾਂ ਦਾ ਹੁਕਮ ਕੀ ਹੈ। ਮਾਰੇ ਕਹਿ ਰਹੇ ਨੇ, ਅਵਰ ਕਰਮ ਸਭ ਤਿਆਗ ਕਰ, ਸਭ ਤਿਆਗ ਦੇ। ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਕੁਰੂਕਸ਼ੇਤਰ ਦੇ ਮੈਦਾਨ 'ਚ ਕਿਹਾ ਸੀ, ਉਹਨਾਂ ਦਾ ਸ਼ਲੋਕ ਹੈ, ਸਰਵ ਧਰਮ ਪ੍ਰਤਿ ਜਾਇਨ ਮਾਮੇਕਮ ਸ਼ਰਨ ਵਰਜ। ਅਰਜਨ, ਸਾਰੇ ਧਰਮਾਂ ਦਾ ਤਿਆਗ ਕਰ, ਮੈਂ ਇੱਕ ਦੀ ਸ਼ਰਨ ਲੈ। ਸਾਧ ਸੰਗਤ ਦਾਸ ਪੰਡਤਾਂ ਨੂੰ ਕਹਿੰਦਾ ਹੁੰਦਾ ਭਈ ਉਸ ਵੇਲੇ ਹੋਰ ਤਾਂ ਕੋਈ ਧਰਮ ਹੀ ਨਹੀਂ ਸੀ। 5000 ਸਾਲ ਪਹਿਲਾਂ ਦੀ ਗੱਲ ਕਰੀਏ, ਹੋਰ ਤਾਂ ਕੋਈ ਧਰਮ ਹੀ ਨਹੀਂ ਸੀ। ਇੱਕੋ ਹੀ ਉਹ ਜਿਹਨੂੰ ਸਨਾਤਨ ਧਰਮ ਤੁਸੀਂ ਕਹਿੰਦੇ ਹੋ ਜਾਂ ਆਦ ਧਰਮ। ਤੇ ਉਸ ਵੇਲੇ ਨਾ ਇਸਲਾਮ ਸੀ, ਨਾ ਕ੍ਰਿਸਚੈਨਿਟੀ ਸੀ, ਨਾ ਸਿੱਖ ਧਰਮ ਸੀ, ਕੋਈ ਵੀ ਨਹੀਂ ਸੀ, ਨਾ ਜੈਨ ਸਨ, ਨਾ ਬੋਧੀ ਸਨ। ਵੀ ਉਦੋਂ ਉਹਨਾਂ ਕਿਹੜੇ ਧਰਮ ਨੂੰ ਤਿਆਗਣ ਲਈ ਕਿਹਾ? ਉਹ ਇਹ ਜਿਹੜਾ ਇੱਥੇ ਸਤਿਗੁਰੂ ਰਵਿਦਾਸ ਜੀ ਕਹਿ ਰਹੇ ਨੇ, ਅਵਰ ਕਰਮ ਸਭ ਤਿਆਗ ਕਰ ਗੁਰ ਕੀ ਚਰਨੀ ਲਾ। ਮਾਰੇ ਰਵਿਦਾਸ ਜੀ ਸਾਨੂੰ ਵੀ ਕਹਿ ਰਹੇ ਨੇ ਕਿ ਸਾਰੇ ਕਰਮ ਛੱਡ ਦਿਓ ਕਿ ਗੁਰੂ ਦੀ ਚਰਨੀ ਲੱਗੋ। ਇਹੀ ਗੱਲ 5000 ਵਰੇ ਪਹਿਲਾਂ ਅਰਜਨ ਨੂੰ ਸ਼੍ਰੀ ਕ੍ਰਿਸ਼ਨ ਨੇ ਸ਼੍ਰੀਮਦ ਭਗਵਦ ਗੀਤਾ ਦਾ ਸ਼ਲੋਕ ਹੈ ਜਿਹੜਾ ਮੈਂ ਤੁਹਾਨੂੰ ਸੁਣਾਇਆ ਕਿ ਤੂੰ ਸਭ ਭਰਮਾਂ ਦਾ ਤਿਆਗ ਕਰ ਤੇ ਗੁਰੂ ਦੀ ਸ਼ਰਨ ਲੈ, ਮੈਂ ਇੱਕ ਦੀ ਸ਼ਰਨ ਲੈ, ਮਾਮੇਕਮ ਸ਼ਰਨ ਵਰਜ। ਔਰ ਮਾਰੇ ਕਹਿ ਰਹੇ ਨੇ, ਗੁਰ ਕੇ ਚਰਨ ਬਹੁ ਪ੍ਰੇਮ ਕਰ, ਮਾਇਆ ਮੋਹ ਤਿਆਗ। ਜਦੋਂ ਤੂੰ ਗੁਰੂ ਦੀ ਮੱਤ ਤੇ ਚੱਲੇਗਾ, ਗੁਰੂ ਦੇ ਚਰਨਾਂ ਨਾਲ ਪਿਆਰ ਕਰੇਗਾ, ਤੇਰੀ ਮੱਤ ਵਿੱਚ ਮਾਇਆ ਆਉਣੀ ਹੀ ਨਹੀਂ। ਕਿਉਂਕਿ ਦੋ ਚੀਜ਼ਾਂ ਨਹੀਂ ਇਕੱਠੀਆਂ ਰਹਿੰਦੀਆਂ, ਜਾਂ ਰੌਸ਼ਨੀ ਰਹਿੰਦੀ ਹੈ ਜਾਂ ਹਨੇਰਾ ਰਹਿੰਦਾ। ਦੋ ਚੀਜ਼ਾਂ ਨਹੀਂ ਇਕੱਠੀਆਂ ਰਹਿ ਹੀ ਨਹੀਂ ਸਕਦੀਆਂ। ਇਸ ਵਾਸਤੇ ਜਦੋਂ ਤੂੰ ਗੁਰੂ ਦੀ ਮੱਤ ਲੈ ਲੇਗਾ, ਗੁਰੂ ਦੇ ਚਰਨਾਂ ਨਾਲ ਲੱਗ ਜਾਏਗਾ, ਉਹਨਾਂ ਨਾਲ ਪ੍ਰੇਮ ਕਰੇਗਾ, ਫਿਰ ਮਾਇਆ ਦਾ ਮੋਹ ਖਤਮ ਹੋ ਜਾਏਗਾ ਆਪੇ ਹੀ। ਜਿਸ ਤਰ੍ਹਾਂ ਪੀਪਾ ਜੀ ਦਾ ਸ਼ਲੋਕ ਆਉਂਦਾ ਹੈ ਕਿ ਹਰ ਨੇ 5 ਚੋਰ ਦੀਏ ਸਾਥੇ, ਗੁਰ ਨੇ ਪਕੜ ਦਿਖਾਏ ਹਾਥੇ। ਹਰ ਨੇ ਜਾਨ ਦੁੱਖਾਂ ਵਿੱਚ ਘੇਰੀ, ਗੁਰ ਨੇ ਅਬਦਾ ਕਾਟੀ ਮੇਰੀ। ਹਰ ਨੇ ਆਪਣਾ ਆਪ ਛੁਪਾਇਆ, ਗੁਰ ਨੇ ਪ੍ਰਗਟ ਕਰ ਦਿਖਲਾਇਆ। और फिर पीपा जी जैसे भगत कहते हैं, पीपा ऐसे गुर तो तन मन वारूं, हरी तजों पर गुर ना विसारूं। इसलिए गुरमुखो प्यारे हो, ऐसे ऐसी बाणियां, ऐसे ऐसे श्लोक, ऐसे ऐसे हुक्मनामे गुरुआं पीरां दे साडे कोल ने। इस अमृत बाणी दी इज्जत जे असीं करनी है तो सच्चे दिलों तां होएगी ਜਦੋਂ ਅਸੀਂ ਇਹਨਾਂ ਤੇ ਅਮਲ ਕਰ ਲਾਂਗੇ। ਔਰ ਮਹਾਰਾਜ ਕਹਿੰਦੇ ਨੇ, ਗੁਰ ਕੇ ਚਰਨ ਬਹੁ ਪ੍ਰੇਮ ਕਰ, ਮਾਇਆ ਮੋਹ ਤਿਆਗ। ਬਿਨ ਗੁਰ ਭਗਤ ਨਾ ਥਿਰ ਕਛੂ, ਜਗਤ ਪਸਾਰਾ ਬਾਗ। ਗੁਰੂ ਦੀ ਭਗਤੀ ਬਿਨਾ ਹੋਰ ਕੋਈ ਥਿਰ ਹੈ ਹੀ ਨਹੀਂ। ਹਮੇਸ਼ਾ ਜੇ ਕੋਈ ਅਸਥਿਰ ਚੀਜ਼, ਮਹਾਰਾਜ ਕਿਆ ਕਰਦੇ, ਜੇਕਰ ਤੁਸੀਂ ਕਿਸੇ ਟੇਬਲ ਦੇ ਉੱਤੇ ਪਾਣੀ ਦਾ ਗਲਾਸ ਰੱਖੇ ਹੈ ਤੇ ਉਹ ਟੇਬਲ ਆਪ ਹਿਲਦਾ ਪਿਆ, ਕਈ ਵਾਰੀ ਲੱਤਾਂ ਨਹੀਂ ਬਰਾਬਰ ਹੁੰਦੀਆਂ ਜਾਂ ਥੋੜਾ ਜਿਹਾ ਹਿਲ ਗਿਆ ਹੁੰਦਾ, ਤੇ ਜਿਹੜਾ ਟੇਬਲ ਆਪ ਹੀ ਸਥਿਰ ਨਹੀਂ ਹੈ, ਥਿਰ ਨਹੀਂ, ਉਹਦੇ ਉੱਤੇ ਰੱਖੀ ਚੀਜ਼ ਕਿਵੇਂ ਥਿਰ ਰਹੇਗੀ? ਜੇ ਤੁਸੀਂ ਮਾਇਆ ਦੇ ਨਾਲ ਮਨ ਨੂੰ ਲਾਏ ਹੈ, ਜਿਹੜੀ ਕਿ ਥਿਰ ਨਹੀਂ ਹੈ, ਥਿਰ ਹੈ ਨਹੀਂ। ਪਹਿਲੀ ਗੱਲ ਤੇ ਸਾਡੇ ਸਰੀਰ ਹੀ ਥਿਰ ਨਹੀਂ, ਜਿਹਦੇ ਨਾਲ ਅਸੀਂ ਜੁੜੇ ਹਾਂ, ਥਿਰ ਹੈ ਹੀ ਨਹੀਂ। ਕਿਸੇ ਨੇ ਇਹਨਾਂ ਦਿਨਾਂ 'ਚ ਦਾਸ ਨੂੰ ਪੁੱਛਿਆ ਕਿ ਮਨ ਦੀ ਮੈਲ ਕੀ ਹੁੰਦੀ ਹੈ ਤੇ ਉਹ ਕਿਵੇਂ ਧੁੱਪਦੀ ਹੈ? ਦਾਸ ਕਹਿੰਦਾ, ਸਭ ਤੋਂ ਵੱਡੀ ਮੈਲ
ਜਿਹੜੀ ਮਨ ਨੂੰ ਖਰਾਬ ਕਰਦੀ ਉਹ ਇਹ ਹੈ ਕਿ ਮਨ ਇਹ ਸਮਝ ਲਿਆ ਆਪਣੇ ਆਪ ਨੂੰ ਕਿ ਮੈਂ ਸਰੀਰ ਹਾਂ, ਮੈਂ ਦੇਹ ਹਾਂ। ਇਹ ਸਭ ਤੋਂ ਵੱਡੀ ਮੈਲ ਹੈ। ਜਦੋਂ ਮਨ ਆਪਣੇ ਆਪ ਨੂੰ ਇਹ ਸਮਝੇ ਕਿ ਮੈਂ ਸਰੀਰ ਨਹੀਂ ਹਾਂ, ਮੈਂ ਪਰਮ ਜੋਤ ਦੀ ਅੰਸ਼ ਹਾਂ, ਭਗਵਾਨ ਦੀ ਅੰਸ਼ ਹਾਂ, ਸਾਰੀ ਮੈਲ ਉਤਰ ਜਾਂਦੀ ਹੈ। ਇਹ ਗੱਲ ਸਮਝ ਲੈ ਸਹੀ, ਸਾਰੀ ਮੈਲ ਉਤਰ ਜਾਂਦੀ। ਔਰ ਮਾਰੇ ਕਹਿ ਰਹੇ ਨੇ, ਬਿਨ ਗੁਰ ਭਗਤ ਨ ਥਿਰ ਕਛੂ ਜਗਤ ਪਸਾਰਾ ਬਾਗ, ਪੂਰਨ ਪੁਨ ਪ੍ਰਤਾਪ ਤੇ ਜਾਗਿਓ ਜਿਸੇ ਬੈਰਾਗ। ਜਿਹਦੇ ਪੂਰਨ ਪ੍ਰਤਾਪ ਜਦੋਂ ਹੁੰਦਾ ਹੈ, ਫਿਰ ਇਸ ਮਨ ਦੇ ਵਿੱਚ ਵਿਰਾਗ ਪੈਦਾ ਹੁੰਦਾ ਹੈ। ਬੈਰਾਗ ਕਿਹੜਾ ਵਿਰਾਗ? ਆਪਣਾ ਜਨਮ ਮਰਨ ਕੱਟਣ ਦਾ ਬੈਰਾਗ, ਮਾਲਕ ਨੂੰ ਜਾਣਨ ਦਾ ਬੈਰਾਗ, ਹਰੀ ਰੂਪੀ ਹੀਰੇ ਦੀ ਪ੍ਰਾਪਤੀ ਦਾ ਬੈਰਾਗ। ਔਰ ਜੇ ਹੀਰਾ, ਹਰੀ ਰੂਪੀ ਹੀਰਾ ਮਿਲ ਜਾਏ, ਫਿਰ ਬਾਕੀ ਚੀਜ਼ਾਂ ਦਾ ਬੈਰਾਗ ਖਤਮ ਹੋ ਜਾਂਦਾ। ਜਦੋਂ ਸਭ ਤੋਂ ਵਧੀਆ ਚੀਜ਼ ਮਿਲ ਜੇ, ਫਿਰ ਤੂੰ ਮਾੜੀਆਂ ਚੀਜ਼ਾਂ ਨੂੰ ਕੀ ਕਰਨਾ। ਔਰ ਮਾਰੇ ਕਹਿੰਦੇ, ਸੋਇਓ ਮੋਹ ਕੀ ਨੀਂਦ ਮੇ ਗੁਰ ਕਿਰਪਾ ਭਇਓ ਸੁਜਾਗ। ਮੋਹ ਦੀ ਨੀਂਦ ਵਿੱਚ, ਕਿਉਂ ਮੋਹ ਤੋਂ ਹੀ ਸ਼ੁਰੂ ਹੋਇਆ ਸੀ। ਭਾਦਰੋਂ ਭਰਮ ਭੁਲਾਇਆ ਮਾਇਆ ਸੰਗ ਪਿਆਰੇ, ਇਹਦੇ ਤੋਂ ਹੀ ਸ਼ੁਰੂ ਹੋਇਆ ਭਾਦਰੋਂ ਦੀ ਕਥਾ। ਔਰ ਮਾਰੇ ਕਹਿੰਦੇ ਨੇ, ਇਹ ਸੁੱਤਾ ਪਿਆ ਮਾਇਆ ਦੇ ਮੋਹ 'ਚ, ਲੇਕਿਨ ਗੁਰੂ ਦੀ ਕਿਰਪਾ ਨਾਲ ਇਹ ਸੁਜਾਗ ਹੋ ਜਾਂਦਾ ਹੈ। ਜਾਗਦਾ ਵੀ ਇਹ ਸੁਜਾਗ ਜਾਗਦਾ ਹੈ, ਯਾਨੀ ਸੁੰਦਰ ਸਾਰੀ ਗੱਲ ਸਮਝ ਦੇ ਵਿੱਚ, ਚੇਤਨਾ 'ਚ ਜਾਗਦਾ ਹੈ। ਔਰ ਰਵਿਦਾਸ ਗੁਰੂ ਚਰਨ ਕੋ ਤੂੰ ਕਭੀ ਨਹੀਂ ਤਿਆਗ। ਮਾਰੇ ਰਵਿਦਾਸ ਜੀ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਦਾ ਤਿਆਗ ਕਦੀ ਨਾ ਕਰੀ, ਜੋ ਮਰਜ਼ੀ ਹੋ ਜਾਏ। ਔਰ ਜਦੋਂ ਗੁਰੂ ਦੇ ਚਰਨਾਂ ਦਾ ਤਿਆਗ ਨਹੀਂ ਕਰੇਗਾ, ਤੇ ਹਰੀ ਵੀ ਤਿਆਗ ਨਹੀਂ ਹੋਏਗਾ। ਹਰੀ ਤੈਨੂੰ ਕਦੇ ਤਿਆਗ ਨਹੀਂ ਕਰੇਗਾ। ਸਿਵਿਆਂ ਤੱਕ ਤੇ ਕੋਈ ਜਾਏਗਾ ਹੀ, ਲੇਕਿਨ ਹਰੀ ਇੱਕ ਐਸੀ ਤਾਕਤ ਹੀ, ਐਸੀ ਸ਼ਕਤੀ, ਉਹ ਐਸਾ ਮਾਲਕ ਹੈ ਜੋ ਤੇਰੇ ਤੋਂ ਕਦੇ ਵਿਛੜਨਾ ਨਹੀਂ। ਦੇ ਵਿਛੜਨ ਤੋਂ ਬਾਅਦ ਵੀ ਤੇਰੇ ਅਸਥ ਵੀ ਪ੍ਰਵਾਹ ਹੋ ਜਾਣਗੇ, ਤਾਂ ਵੀ ਹਰੀ ਨੇ ਤੇਰਾ ਸਾਥ ਨਹੀਂ ਛੱਡਣਾ। ਔਰ ਗੁਰਮੁਖੋ ਪਿਆਰਿਓ, ਭਾਦਰੋਂ ਦੇ ਮਹੀਨੇ ਦੇ ਵਿੱਚ ਮਹਾਰਾਜ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਨੂੰ ਇਹੋ ਹੀ ਹੁਕਮਨਾਮਾ ਕਰਦੇ ਨੇ ਕਿ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੈ। ਜਦੋਂ ਭਰਮਾਂ ਵਿੱਚ ਪੈ ਜਾਂਦੇ ਆ, ਫਿਰ ਸਾਡਾ ਹਿੱਤ ਜਿਹੜਾ ਹੈ ਉਹ ਦੂਜੇ ਪਾਸੇ ਲੱਗ ਜਾਂਦਾ ਹੈ, ਸੱਚਾਈ ਵੱਲ ਨਹੀਂ ਲੱਗਦਾ, ਸਹੀ ਮਾਰਗ ਵੱਲ ਨਹੀਂ ਲੱਗਦਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ, ਕਿ ਜਿੰਨਾ ਮਰਜ਼ੀ ਸ਼ਿੰਗਾਰ ਕਰ ਲੈ, ਕਿਸੇ ਕੰਮ ਨਹੀਂ ਆਉਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਫਰਮਾਨ ਹੈ, ਅਤ ਕੁਲੀਨ ਸੁੰਦਰ ਚਤੁਰ। ਜਿੰਨਾ ਮਰਜ਼ੀ ਤੂੰ ਸੋਹਣਾ ਬਣਿਆ ਹੋਵੇ, ਕਿੰਨਾ ਤੂੰ ਸੁੰਦਰ ਹੋਵੇਂ, ਕਿੰਨਾ ਤੂੰ ਚਤੁਰ ਹੋਵੇਂ, ਚਲਾਕ ਹੋਵੇਂ, ਅਤ ਕੁਲੀਨ ਸੁੰਦਰ ਚਤੁਰ, ਮੁਖ ਗਿਆਨੀ ਧਨਵੰਤ, ਪਰ ਮ੍ਰਿਤਕ ਕਹੀਏ ਨਾਨਕਾ, ਇਹ ਪ੍ਰੀਤ ਨਹੀਂ ਭਗਵੰਤ। ਤੂੰ ਮਰਿਆ ਹੋਇਆ ਜੇ ਭਗਵੰਤ ਨਾਲ, ਭਗਵਾਨ ਦੇ ਨਾਲ ਤੇਰੀ ਪ੍ਰੀਤ ਨਹੀਂ ਹੈ। ਔਰ ਜਿੰਨਾ ਮਰਜੀ ਸ਼ਿੰਗਾਰ ਕਰ ਲੈ, ਕਿਸੇ ਕੰਮ ਨਹੀਂ ਆਉਣਾ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਮਹਾਂਪੁਰਸ਼ਾਂ ਨੇ ਵੀ ਕਿਹਾ, ਬਾਬਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਕਿੰਨਾ ਯਾਦ ਕਰਾਇਆ ਸਾਨੂੰ, ਜੋ ਦਿਨ ਆਵੇ ਸੋ ਦਿਨ ਜਾਏ। ਉਹਨਾਂ ਨੇ ਫਰਮਾਇਆ ਕਿ ਕਿਸੇ ਤੇਰੇ ਸੰਗੀ ਸਾਥੀ ਤੇਰਾ ਸਾਥ ਨਹੀਂ ਦੇਣਾ, ਪ੍ਰੇਤ ਕਹਿਣਗੇ। ਔਰ ਮਾਰੇ ਕਹਿੰਦੇ, ਜਿੱਦਣ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਬੜੇ ਲੋਕਾਂ ਨੂੰ ਵਹਿਮ ਹੈ ਆ ਇਹਨਾਂ ਦੇਸ਼ਾਂ ਦੇ ਵਿੱਚ ਅਸਥ ਤੇ ਬਾਅਦ ਚ ਪ੍ਰਵਾਹ ਕਰਨ ਜਾਈਦਾ। ਮੈਂ ਕੱਲ ਵੀ ਕਰਕੇ ਆਇਆ ਕਿ ਲੋਕੀ ਇੰਨੇ ਡਰੇ ਨੇ, ਜਿਹਦੇ ਨਾਲ ਇੰਨਾ ਪਿਆਰ ਹੁੰਦਾ ਉਹਦੇ ਵਾਸਤੇ ਘਰ ਨਹੀਂ ਲਿਆਉਂਦੇ, ਸਿੱਧਾ ਪਾਣੀ ਦੀ ਥਾਂ ਤੇ ਲਿਜਾਣ ਕੇ। ਕਈਆਂ ਨੂੰ ਇੰਨਾ ਵਹਿਮ, ਲੋਕੀ ਵਹਿਮਾਂ ਚ ਗਰਸੇ ਪਏ ਨੇ। ਉਹ ਭਾਈ ਇਹਨਾਂ ਦਿਨਾਂ ਵਿੱਚ ਜੇ ਕੋਈ ਕੋਵਿਡ ਕਰੋਨਾ ਦੇ ਨਾਲ ਪੂਰਾ ਹੁੰਦਾ ਨਾ, ਉਹਦੇ
ਉਹਦੇ ਅਸਥਾਨ ਨੂੰ ਹੱਥ ਵੀ ਨਹੀਂ ਲਾਉਂਦੇ। ਵੀ ਬੰਦਾ ਪੁੱਛੇ ਜਿਹੜੀ ਇੰਨੀ ਤੇਜ਼ ਅੱਗ ਨੇ ਮਾਸ ਸਾੜ ਦਿੱਤਾ, ਹੱਡੀਆਂ ਸਾੜ ਦਿੱਤੀਆਂ, ਕਿਤੇ ਕੋਵਿਡ ਵਿੱਚ ਹੀ ਰਹਿ ਗਿਆ। ਬਸ ਵਹਿਮ। ਮੈਂ ਤੁਹਾਨੂੰ ਆਪਣੇ ਦਾ ਜੋ ਹੁੰਦਾ ਪਿਆ ਇਹਨਾਂ ਦਿਨਾਂ ਵਿੱਚ ਵੀ ਅਰਦਾਸ ਕਰਨ ਵਾਸਤੇ ਜਾਈਦਾ, ਲੇਕਿਨ ਲੋਕਾਂ ਦੇ ਇੰਨੇ ਵਹਿਮ। ਤੇ ਮਹਾਰਾਜ ਕਹਿੰਦੇ ਨੇ ਜਿੱਦਣ ਦੇ ਬਿਨਸਦੀ ਨਾ ਤੈਨੂੰ ਪ੍ਰੇਤ ਕਹਿਣਾ ਲੋਕਾਂ ਨੇ। ਕਹਿਤਨ ਪਰ ਪਕੜ ਚਲਾਏ ਦੂਤ ਜੰਮ ਕਿਸੇ ਨਾ ਦੇਣੀ ਭੇਦ। ਜਦੋਂ ਮੌਤ ਆਈ ਜੰਮ ਕਹਿੰਦੇ ਨੇ ਜੱਜਾ ਜਨਮ ਤੇ ਮੰਮਾ ਮਰਨਾ। ਜਦੋਂ ਆਏ ਕਿਸੇ ਤੈਨੂੰ ਭੇਦ ਨਹੀਂ, ਕਿਹੜੇ ਤੇਰਾ ਸਾਥ ਨਹੀਂ ਦੇਣਾ, ਸਭ ਪਹਿਲਾਂ ਹੀ ਛੱਡ ਜਾਣਗੇ। ਅੱਜ ਕੱਲ ਜੇ ਕਰੋਨਾ ਆ ਜਾਏ ਤੇ ਹਸਪਤਾਲ ਹੀ ਕੋਈ ਨਹੀਂ ਜਾਂਦਾ, ਮਰਨਾ ਤੇ ਬਾਅਦ ਦੀ ਗੱਲ ਹੈ। ਤੇ ਇੰਨੀਆਂ ਮੌਤਾਂ ਤੇ ਇਹਨਾਂ ਘਰਾਂ ਵਿੱਚ ਜੋ ਕੁਝ ਹੁੰਦਾ ਪਿਆ ਪੂਰੀ ਦੁਨੀਆ 'ਚ, ਭਾਵੇਂ ਇੰਗਲੈਂਡ ਹੈ, ਭਾਵੇਂ ਜਰਮਨੀ ਹੈ, ਭਾਵੇਂ ਇਟਲੀ ਹੈ, ਇਹਨੂੰ ਵੇਖ ਕੇ ਵੀ ਤੁਸੀਂ ਨਾ ਸਮਝੋ ਤੇ ਫਿਰ ਦੱਸੋ ਕੌਣ ਸਮਝਾਏ। ਇਹ ਹੋਇਆ ਸਾਡੇ ਨਾਲ, ਹੋਇਆ ਸਾਡੇ ਪੜੋਸੀਆਂ ਨਾਲ, ਹੋਇਆ ਕੋਈ ਹੋਏਗਾ ਜਿਹਦੇ ਮਹੱਲੇ ਵਿੱਚ ਕੋਈ ਨਾ ਕੋਈ ਕਰੋਨਾ ਨਾਲ ਨਹੀਂ ਮਰਿਆ। ਤੇ ਜੋ ਹੁੰਦਾ ਬਾਣੀਆਂ 'ਚ ਵੇਖੋ ਲਿਖਿਆ, ਉਦੋਂ ਜਦੋਂ ਇਹ ਲਿਖਿਆ ਉਦੋਂ ਕਰੋਨਾ ਤੇ ਨਹੀਂ ਸੀ। ਉਸ ਵੇਲੇ ਸੈਂਕੜੇ ਵਰੇ ਪਹਿਲਾਂ ਦਾ ਲਿਖਿਆ ਪਿਆ ਮਹਾਰਾਜ ਨੇ। ਉਹ ਕਹਿੰਦੇ ਨੇ ਛੱਡ ਖੜੋਤੇ ਖਿਣੇ ਮੈਂ ਜਿਨਸੋਂ ਲੱਗਾ ਹੇਦ। ਕਹਿੰਦੇ ਜਦੋਂ ਜੰਮ ਆਏ ਮੌਤ ਆਈ, ਕਿਸੇ ਅੱਗੇ ਨਹੀਂ ਹੋਣਾ, ਉਹਨੇ ਛੱਡ ਕੇ ਚੱਲ ਜਾਣਾ ਖਿਣੇ ਮੈਂ, ਇਹ ਖਿਣ ਵਿੱਚ ਹੀ ਵਿਦਨ ਸੈਕਿੰਡਸ ਜਿਨ੍ਹਾਂ ਨਾਲ ਤੇਰਾ ਹੇਤ ਲੱਗਾ ਪਿਆ। ਇਸ ਲਈ ਜੇ ਹੇਤ ਕਰਨਾ ਹੀ ਤੇ ਮਿੱਤਰਾ ਉਹਦੇ ਨਾਲ ਕਰ, ਜਿਹਨੇ ਤੈਨੂੰ ਕਦੇ ਛੱਡਣਾ ਨਹੀਂ ਹੈ, ਤੇਰਾ ਸਾਥ ਹਮੇਸ਼ਾ ਦੇਣਾ ਹੈ। ਔਰ ਮਾਰੇ ਕਹਿੰਦੇ ਨੇ ਹੱਥ ਮਰੋੜੇ ਤਨ ਕੱਪੇ ਸਿਵਾ ਹੋਆ ਸੇਤ। ਫੇਰ ਤੇਰੇ ਉਦੋਂ ਤੂੰ ਕੰਬੇਗਾ ਜਦੋਂ ਸਵਾਸ ਨਿਕਲ। ਦਾਸ ਨੂੰ ਕਿਸੇ ਨੇ ਪੁੱਛਿਆ ਕਿ ਮਹਾਰਾਜ ਮੌਤ ਵੇਲੇ ਬਹੁਤੀ ਤੇ ਨਹੀਂ ਤਕਲੀਫ ਹੁੰਦੀ, ਮਰਨ ਵੇਲੇ ਬਹੁਤੀ ਤੇ ਨਹੀਂ ਤਕਲੀਫ ਹੁੰਦੀ। ਮੈਂ ਕਿਹਾ ਵੀ ਦੋ ਹੀ ਤਰੀਕੇ ਜੇ। ਮੈਂ ਉਹਨਾਂ ਨੂੰ ਕਿਹਾ ਨਾਰੀਅਲ ਲੈ ਆਓ, ਇੱਕ ਕੱਚਾ ਲੈ ਆਓ, ਇੱਕ ਪੱਕਾ ਲੈ ਆਓ। ਉਹ ਲੈ ਨਾਰੀਅਲ। ਮੈਂ ਕਿਹਾ ਲਓ ਵੀ ਇਹ ਜਿਹੜਾ ਕੱਚਾ ਨਾਰੀਅਲ ਹੈ ਇਹ ਚੋਂ ਗਰੀ ਕੱਢੋ। ਸਾਧ ਸੰਗਤ ਜੂੰ ਜ਼ੋਰ ਲਾਉਣ ਲੱਗੇ ਤੋੜ ਕੇ, ਕੱਚੇ ਨੂੰ ਗਰੀ ਕਿੱਥੇ ਨਿਕਲਦੀ, ਚਾਕੂ ਵਰਤ, ਚਮਚਾ ਵਰਤ। ਤੇ ਫਿਰ ਮੈਂ ਕਿਹਾ ਪੱਕਾ ਜਿਹੜਾ ਜੇ ਇਹਨੂੰ ਤੋੜੋ। ਉਹਨੂੰ ਮਾਰਿਆ ਥੱਲੇ ਫਰਸ਼ ਤੇ, ਇੱਕ ਪਾਸੇ ਤੇ ਗਰੀ ਬਾਹਰ। ਦਾਸ ਨੇ ਕਿਹਾ ਭਾਈ ਇੰਜੀ ਜੇ ਜਿਹੜਾ ਜ਼ਿੰਦਗੀ ਵਿੱਚ ਭਗਤੀ ਕਰ ਲਏਗਾ ਪੱਕ ਜਾਏਗਾ, ਉਹਦਾ ਮਰਨ ਵੀ ਏਦਾਂ ਹੀ ਹੋਏਗਾ, ਮਿੰਟ ਨਹੀਂ ਲੱਗਣਾ। ਤੇ ਜਿਹੜਾ ਨਹੀਂ ਕਰੇਗਾ ਕੱਚਾ ਹੈ ਜੇ, ਉਹ ਆ ਵੇਖ ਲਓ, ਫਿਰ ਨਾਰੀਅਲ ਤੋਂ ਹੀ ਸਿੱਖ ਲਓ। ਇੱਕ ਹੋਰ ਮਿਸਾਲ ਮੈਂ ਦਿੰਦਾ ਕਿ ਇੱਕ ਬੀਬੀ ਸਵੇਰੇ ਪਹਿਲਾਂ ਉਹਨੇ ਦੁੱਧ ਰਿੜਕਿਆ, ਮੱਖਣ ਕੱਢਣਾ ਸੀ, ਔਰ ਇੱਕ ਵਾਲ ਉਹਦਾ ਵਾਲਾਂ ਦਾ ਆਮ ਹੁੰਦਾ ਡਿੱਗ ਪਿਆ, ਮੱਖਣ ਵਿੱਚ ਆ ਗਿਆ। ਫਿਰ ਉਹ ਗੋਇਆ ਪੱਥਾ ਕਰਨ ਗਈ, ਪਾਥੀਆਂ ਥਾਪਦਿਆ ਇੱਕ ਵਾਰ ਪਾਥੀ ਫਸ ਗਿਆ। ਤੇ ਸਾਧ ਸੰਗਤ ਕੁਝ ਦਿਨਾਂ ਬਾਅਦ ਜਦੋਂ ਮੱਖਣ ਉਹਨੇ ਕੱਢਿਆ, ਕੁਝ ਵਾਲ ਦਿਸਿਆ ਤੇ ਇੱਕ ਸੈਕਿੰਡ ਚ ਖਿੱਚ ਕੇ ਬਾਹਰ, ਇੱਕ ਸੈਕਿੰਡ ਵੀ ਨਹੀਂ ਲੱਗਾ, ਚੁੱਕ ਬਾਹਰ। ਤੇ ਜਦੋਂ ਉਹਨੇ ਪਾਥੀ ਚ ਵੇਖਿਆ, ਸੁੱਕੀ ਪਾਥੀ ਚ, ਤੇ ਉਹਦੇ ਵਿੱਚੋਂ ਵਾਲ ਕਿੱਥੇ ਨਿਕਲਣਾ ਸੀ, ਪਾਥੀ ਵੀ ਤੋੜ ਦਿੱਤੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਹੱਥ ਮਰੋੜੇ ਤਨ ਕੱਪੇ ਸਿਵਾ ਹੋਇਆ ਸੇਤ। ਫੇਰ ਇਹ ਨਾ ਕਹੀਂ ਏਦਾਂ ਹੀ ਹੋਈ ਕਿ ਤੇਰੇ ਨਾਲ, ਜਿਵੇਂ ਕੱਚੇ ਨਾਰੀਅਲ ਚ ਹੁੰਦੀ ਹੈ ਤੇ ਪੱਕੇ ਚ ਫਰਕ ਹੈ। ਤੇ ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢਦੇ ਨੇ, ਕਹਿੰਦੇ ਏਦਾਂ ਕਰਦਾ ਜੇ ਮੱਖਣ ਚੋਂ ਵਾਲ ਕੱਢੀ ਦੇ ਤੇ ਪਾਥੀ ਚ ਸੁੱਕ ਗਈ, ਸੁੱਕੀ ਤੇ ਫੇਰ
इस वास्ते महाराज कहते ने जेहा बीजे सोलू ने कर्मा संदड़ा खेत। ਇਹ खेती ਜਿਹੜੀ है ना ये कर्मा दी आ। और ये याद रखी जीसस क्राइस्ट जी महाराज ने अपनी पवित्र बाइबल दे विच कहा कि जो तू चाहुंदा है तेरे नाल वरतारा होवे वो तू दूजा ना कर। जे तू चाहुंदा है तेरी कोई निंदा ना करे ते तू भी ना निंदा कर। जे तू चाहुंदा तेनू प्यार करन सारे ते तू भी प्यार कर। जे तू चाहुंदा सारे तेनू जी करके बुलान ते तू पहले जी करके बुला। जो तू चाहुंदा सारे तेरी इज्जत करन ते तू इज्जत कर। यानी जेहा बीजे सो लूना। गुरमुखो प्यारिओ पहला बीज पाना पैंदा फिर फसल उगदी है। नोट करना ये नहीं कि पहला फसल उगदी है तो बीज बाद च पाने। असी पहला बीज पाने फिर फसल। अंग्रेजों दे विच इत्थे क्या है कुछ लाइन है बड़ी बड़ी गिव एंड टेक है। लाइफ इज गिव एंड टेक। लाइफ है भी गिव कहंदे ने दिओ ते फिर लवो। मैं इनू कहंदा हुंदा जिहा बीजे सो लूने। पहले करो गिव करो फिर टेक इट। फिर तुहानू कोई मंगन की जरूरत नहीं पैंदी। उन्हां लोकां नू जिहड़ा बाणी च लिखा ना भी इहदे बिन मंगिया ही सब कुछ दिंदा ये उन्हां नू दिंदा जिहड़े ने दित्ता है। इसलिए महाराज कहंदे ने जिहा बीजे सो लूने कर्मा संदड़ा खेत। ये खेत कर्मा दा जे जिहो जिहा बीजिया जे ना वो जे ही मिलेगा जे। नानक प्रभ शरनागति चरण बोहत प्रभ देत। किदे शरनागति आउणा। मारे रविदास जी ने गुरबिन शांत ना पाए आया उन्हां दे शरनागत आउणा। भाई दे गुरबिन ज्ञान ना होए पूछो ब्रह्मे नार दे वेद प्यासे कोए। उन्हां दी शरनागत होना गुरु दी शरनागत होना। नानक प्रभ शरनागति चरण बोहत प्रभ देत से भादों नरक ना पाइए गुर रखन वाला है। ता भी लो रखन वाला गुरु ही है नरक तो। और नरक मैनू पता है पंडित भाई दसणगे जिहड़ा मरण तो बाद कोई नरक है ना। इत्थे ही जे तुसी लड़ झगड़ के कढ़ रहे हो जिंदगी ते नरक तुसी बनाया ते हस खेड के कट रहे हो ते तुसी स्वर्ग बनाया। किसी दिन चंगा जिवें अज धुप चंगी सी धुप चंगी होवे ते आपां खुशी खुशी घर विच परिवार विच होईए ते असीं कहने जी अज ते साडा घर स्वर्ग बनिया। ते रोज क्यों नहीं बन सकदा। ना भी मौसम चंगा होए बर्फ पई होए ठंड होए भावें लेकिन खुशी रहन तो नहीं को रोकदा। खुश रह तो कौन रोकदा। इसलिए गुरमुखो प्यारे महाराज कहंदे ने कि नानक प्रभ शरनागति चरण बोहत प्रभ देत। प्रभु की शरण आ जाओ फिर ये सारे खजाने तुहानू दे दिंदा आप ही बहुत दे दिंदा है। से भादों नरक ना पाइए गुर रखन वाला है। भादरों का महीना फिर वह सुखी हो जाएगा फिर वो स्वर्ग विच हो जाएगा नरक विच नहीं। मैं एक कहानी सुनाया करना। इंग्लैंड के दो साइंटिस्ट सन और वो चर्च के कोल ही रहिंदे सन। उन्होंने पादरी रोज क्या करे भी तुसीं चर्च आया करो। कहंदे रब नूं मनदे ही नहीं असीं नहीं मनदे। और सच्ची गल है जिन्ने लोग रब तो मुनक्कर होंदे ना साडे बच्चे अजकल वो इन्हां पादरियां नूं ते मुल्लां नूं ते इन्हां नूं वेख के हुंदे ने क्योंकि कहंदे कुछ होर ने करदे उलट ने। और वो कहे नहीं असीं नहीं मनदे। एनीवे दोवें मर गए। न्यूटन सी एक दा नाम एक शायद एडिसन सी दोवें और दोवें पूरे हो गए। तो फिर 5-6 महीनों बाद पादरी भी पूरा हो गया उन्हें किहड़ा बचना सी उन्हें तो पूरा होना सी। और जदों गए
ਤੇ ਉਹ ਪਾਦਰੀ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਨਰਕ ਜਾਓਗੇ ਤੁਸੀਂ। ਤੇ ਸੰਤ ਜਦੋਂ ਪਾਦਰੀ ਜਦੋਂ ਪੂਰਾ ਹੋਇਆ ਉਹਨੂੰ ਕਿਹਾ ਵੀ ਤੁਸੀਂ ਸਵਰਗ 'ਚ ਜਾਣਾ, ਤੁਹਾਡਾ ਇੱਧਰ ਹੈ ਕਮਰਾ। ਉਹ ਜੋ ਸਮਾਨ ਨੂੰ ਰੱਖ ਲਿਆ ਤੇ ਪਾਦਰੀ ਉਹਨਾਂ ਨੂੰ ਕਹਿੰਦਾ ਹੈ, ਉੱਥੇ ਜਿਹੜੇ ਦੂਤ ਸਨ, ਕਿ ਭਾਈ ਇੱਕ ਮੇਰੀ ਬੇਨਤੀ ਹੈ, ਮੈਂ ਰੱਬ ਦਾ ਨਾਮ ਬਹੁਤ ਲਿਆ ਤੇ ਮੈਂ ਉਹਦਾ ਫਲ ਇੱਕੋ ਮੰਗਣਾ ਵੀ ਇੱਕ ਵਾਰੀ ਨਾ 2 ਬੰਦੇ ਮਰੇ ਸੀ 6 ਮਹੀਨੇ ਪਹਿਲਾਂ, ਇੱਕ ਐਡੀਸਨ ਸੀ ਤੇ ਇੱਕ ਨਿਊਟਨ ਸੀ, ਤੇ ਮੈਨੂੰ ਇੱਕ ਵਾਰੀ ਉਹਨਾਂ ਨੂੰ ਮਿਲਾ ਦਿਓ, ਵੇਖੋ ਹੈ ਕਿੱਥੇ ਨੇ। ਉਹਨਾਂ ਨੇ ਵੇਖਿਆ ਕਿਤਾਬਾਂ 'ਚ, ਕਹਿੰਦੇ ਹਾਂ ਆਏ ਸਨ, ਤੇ ਉਹ ਜਿਹੜਾ ਸਾਰਿਆਂ ਤੋਂ ਮਾੜਾ ਨਰਕ ਹੈ ਨਾ ਉੱਥੇ ਨੇ, 6ਵਾਂ ਨਰਕ ਉਹਨੂੰ ਕਹਿੰਦੇ ਜੇ ਪੰਡਤ, ਉੱਥੇ ਨੇ। ਕਹਿਣ ਲੱਗਾ ਵੀ ਤੁਸੀਂ ਮੇਰੀ ਇਹ ਫੇਵਰ ਕਰੋ, ਮੈਨੂੰ ਇੱਕ ਵਾਰੀ ਉਹਨਾਂ ਨੂੰ ਮਿਲਾ ਦਿਓ। ਮੈਂ ਉਹਨੂੰ ਕੰਬਖਤਾਂ ਨੂੰ ਧਰਤੀ ਤੇ ਹਮੇਸ਼ਾ ਕਹਿੰਦਾ ਹੁੰਦਾ ਸੀ ਰੱਬ ਦਾ ਭਗਤੀ ਕਰ ਲਓ, ਚਰਚ ਆਇਆ ਕਰੋ, ਪਰ ਆਉਂਦੇ ਨਹੀਂ ਸੀ। ਉਹਨਾਂ ਨੂੰ ਕਹਾਂਗਾ ਵੇਖ ਲਓ ਨਾ ਕੀ ਹਾਲ ਹੋਇਆ ਤੁਸੀਂ, ਮੈਂ ਸਵਰਗ 'ਚ, ਤੁਸੀਂ ਨਰਕ 'ਚ। ਉਹ ਕਹਿਣ ਲੱਗੇ ਵੀ ਇੱਦਾਂ ਇੱਥੇ ਇਜਾਜ਼ਤ ਨਹੀਂ। ਕਹਿਣ ਲੱਗੇ ਬਈ ਮੈਨੂੰ ਇਹਨਾਂ ਤੇ ਫਲ ਦੇ ਦਿਓ। ਕਹਿਣ ਲੱਗੇ ਚੰਗਾ ਫਿਰ ਅੰਡਰਗਰਾਊਂਡ ਸਟੇਸ਼ਨ ਜਾਂਦਾ ਸੀ ਤੇ 6ਵੇਂ ਸਟੇਸ਼ਨ ਤੋਂ ਉਤਰ ਜੀ, ਉੱਥੇ ਨਹੀਂ, ਉਹ ਸਾਰਿਆਂ ਤੋਂ ਮਾੜੇ ਨਰਕ 'ਚ, ਤੇ ਛੇਤੀ ਆ ਜੀ। ਬਹਿ ਗਿਆ, ਟ੍ਰੇਨ 'ਚ ਬਹਿ ਗਿਆ। ਪਹਿਲਾ ਨਰਕ ਆਇਆ ਤੇ ਬੜੀ ਬਦਬੂ ਜੀ ਆਵੇ, ਦੂਜਾ ਆਇਆ ਤੇ ਚੀਕਾਂ ਪਈਆਂ ਪੈਣ, ਤੀਜਾ ਉਦੋਂ ਵੀ ਮਾੜਾ, ਦੇ ਤੇਰੇ ਦੀ ਕੜਾਹੇ ਤਪੇ ਹੋਏ ਬੰਦੇ ਤੜਫੀ ਜਾਣ। ਅਖੀਰ ਜੋ 6ਵੇਂ ਤੇ ਉਤਰਿਆ, ਤੇ ਉਹ ਉਤਰਿਆ ਤੇ ਕਹਿਣ ਲੱਗੇ ਇਹ ਲੱਗਦਾ ਨਹੀਂ, ਇਹ ਨਰਕ ਤੇ ਲੱਗਦਾ ਨਹੀਂ, ਇੱਥੋਂ ਤੇ ਖੁਸ਼ਬੂਆਂ ਆਉਂਦੀਆਂ ਪਈਆਂ, ਇੱਥੇ ਤੇ ਬਹੁਤ ਵਧੀਆ, ਤੇ ਸਵਰਗ ਤੋਂ ਵੀ ਵਧੀਆ। ਔਰ ਉਹ ਗਾਰਡ ਨੂੰ ਕਹਿੰਦਾ ਵੀ ਗਲਤ ਸਟੇਸ਼ਨ, ਕਹਿੰਦੇ ਗਾਰਡ ਨੇ ਕਿਹਾ ਵੀ ਇਹੀ ਸਟੇਸ਼ਨ ਹੈ, ਸਾਰਿਆਂ ਤੋਂ ਮਾੜਾ ਨਰਕ ਇਹੀ ਸੀ। ਖੈਰ ਉਤਰ ਗਿਆ, ਬਾਜ਼ਾਰ 'ਚ ਗਿਆ ਤੇ ਉੱਥੇ ਉਹ ਐਡੀਸਨ ਮਿਲ ਗਿਆ ਉਹਨੂੰ, ਤੇ ਉਹਦੇ ਪਿੱਛੇ ਹੱਥ ਰੱਖ ਕੇ ਕਹਿੰਦਾ ਸੁਣਾਓ ਕਿੱਦਾਂ ਹਾਲ ਹੈ। ਕਹਿਣ ਲੱਗੇ ਬੜੇ ਵਧੀਆ ਵਾ। ਕਹਿੰਦੀ ਯਾਰ ਉਹ ਕਿਤਾਬਾਂ 'ਚ ਲਿਆ ਤੁਸੀਂ ਸਾਰਿਆਂ ਤੋਂ ਮਾੜੇ ਨਰਕ 'ਚ, ਤੇ ਤੁਸੀਂ ਤੇ ਬਹੁਤ ਵਧੀਆ, ਤੇ ਸਵਰਗ ਤੋਂ ਵੀ ਵਧੀਆ, ਮੈਂ ਸਵਰਗ ਤੇ ਝਾਤੀ ਮਾਰ ਆਇਆ, ਕਮਰਾ ਵੇਖ ਆਇਆ, ਇਹ ਤੇ ਉਹਦੇ ਨਾਲੋਂ ਵਧੀਆ। ਉਹ ਦੋਵੇਂ ਕਹਿੰਦੇ ਯਾਰ ਇਹ ਸੀਗਾ ਏਦਾਂ ਮਾੜਾ ਹੀ, ਲੇਕਿਨ ਜਦੋਂ ਅਸੀਂ ਆਏ ਦੋਵੇਂ ਨਾ, ਅਸੀਂ ਵੀ ਲੋਕੀ ਐ ਗੰਦ ਪਾਉਂਦੇ ਸਨ, ਸੜਕ ਤੇ ਸੁੱਟ ਦਿੰਦੇ ਸੀ, ਜਿਵੇਂ ਅੱਜ ਕੱਲ੍ਹ ਵੈਸਟ ਬ੍ਰਹਮਜ ਪੇ ਸੁੱਟਦੇ ਨੇ। ਕਹਿੰਦੇ ਉਹ ਗੰਦ ਪਾਉਂਦੇ ਸੀ, ਤੇ ਅਸੀਂ ਫਿਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ, ਇਹਨਾਂ ਨੂੰ ਪੜ੍ਹਾਇਆ ਵੀ ਗੰਦ ਜਿਹੜਾ ਨਾ ਇਹਦੀ ਖਾਦ ਬਣਾਓ, ਰੀਸਾਈਕਲਿੰਗ ਕਰੋ ਹਰ ਚੀਜ਼ ਦੀ। ਤੇ ਕਹਿੰਦੇ ਸਾਫ ਸਫਾਈ ਤੇ ਬਾਕੀ ਖੇਤੀਬਾੜੀ ਹੁਣ ਕਰਨ ਲੱਗ ਪਏ, ਫੁੱਲ ਬੂਟੇ ਬੀਜ ਦਿੱਤੇ ਨੇ, ਤੇ ਸੀਗਾ ਤੇ ਮਾੜਾ ਨਰਕ, ਪਰ ਇਸ ਵੇਲੇ ਕਹਿੰਦੇ ਸਵਰਗ ਤੋਂ ਵੀ ਵਧੀਆ ਬਣ ਗਏ। ਸੋ ਸੰਤ ਜਨੋ, ਤੁਹਾਡੇ ਤੇ ਮੇਰੇ ਦੇ ਉੱਤੇ ਇਹ ਡਿਪੈਂਡ ਕਰਦਾ, ਇਸ ਧਰਤੀ ਨੂੰ ਲੋਕਾਂ ਨੇ ਤੇ ਨਰਕ ਬਣਾਇਆ, ਪਰ ਤੁਸੀਂ ਗੁਰੂ ਦੇ ਜਿੰਨੇ ਸਿੱਖ ਹੋ, ਰੱਬ ਨੂੰ ਮੰਨਣ ਵਾਲੇ ਹੋ, ਆਓ ਸਾਨੂੰ ਗੁਰੂ ਨੇ ਗੁਰੂ ਮੱਤ ਦਿੱਤੀ ਹੈ, ਔਰ ਗੁਰੂ ਮੱਤ ਅਨੁਸਾਰ ਅਸੀਂ ਇਸੇ ਨਰਕ ਨੂੰ ਸਵਰਗ ਬਣਾ ਸਕਦੇ। ਲੋਕਾਂ ਨੇ ਚੁਗਲੀ ਨਿੰਦਾ ਸਿਖਾਈ ਹੈ, ਲੇਕਿਨ ਮੇਰੇ ਗੁਰੂ ਨੇ ਸ਼ੋਭਾ ਕਰਨੀ ਸਿਖਾਈ, ਹਰ ਇੱਕ ਦਾ ਮਾਣ ਕਰਨਾ ਸਿਖਾਇਆ। ਲੋਕਾਂ ਨੇ ਸਿਖਾਇਆ ਘਰ ਵਾਲੀ ਨੂੰ ਥੱਲੇ ਲਾ ਕੇ ਰੱਖਣਾ, ਦਬਾ ਕੇ ਰੱਖਣਾ। ਮੇਰੇ ਸਤਿਗੁਰੂ ਨੇ ਮੈਨੂੰ ਇਹ ਸਿਖਾਤਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਔਰਤ ਨੂੰ ਕਿਉਂ ਮੰਦਾ ਕਹਿਣਾ ਜਿਹੜੀ ਰਾਜਿਆਂ ਨੂੰ ਤੇ ਗੁਰੂ ਤੇ ਪੀਰਾਂ ਨੂੰ ਵੀ ਜਨਮ ਦਿੰਦੀ ਹੈ। ਲੋਕਾਂ ਨੇ ਇਹ ਸਿਖਾਇਆ ਕਿ ਸ਼ਰੀਕਾਂ ਤੇ ਵਿਸ਼ਵਾਸ ਨਹੀਂ ਕਰਨਾ, ਸਾਨੂੰ ਗੁਰੂ ਨੇ ਸਿਖਾਤਾ ਹੈ ਨਾ ਕੋ ਵੈਰੀ ਨਾ ਬੇਗਾਨਾ, ਸ਼ਕਲ ਸੰਗ ਹਮਕੋ ਬਣਾਈ। ਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਰਿਸ਼ਤੇ ਰਿਸ਼ਤੇਦਾਰ ਨਹੀਂ, ਇਹ ਰੱਬ ਨੇ ਬਣਾਏ ਨਹੀਂ, ਰੱਬ ਨੇ ਤੈਨੂੰ ਦਿੱਤੇ ਨੇ, ਤੂੰ ਆਪ ਨਹੀਂ। ਚਾਚੇ ਤਾਏ ਤੇ ਤਾਂ ਬਣੇ ਤੈਨੂੰ ਮਾਂ ਪਿਓ ਮਿਲੇ, ਮਾਂ ਪਿਓ ਮਿਲੇ ਤੇ ਫਿਰ ਮਾਂ ਪਿਓ ਦੇ ਕਾਰਨ ਤੇਰੇ ਚਾਚੇ ਤਾਏ ਬਣੇ ਨੇ। ਸਹੁਰੇ ਕਿਹਦੇ ਕਾਰਨ ਬਣੇ ਨੇ? ਤੇਰੀ ਪਤਨੀ ਦੇ ਕਾਰਨ। ਜੇ ਪਤਨੀ ਨਾ ਹੋਵੇ ਤੇ ਸਹੁਰੇ ਕਾਹਦੇ ਨੇ? ਇਸ ਵਾਸਤੇ ਜਿਨ੍ਹਾਂ ਨੇ ਆਪਣੀ ਧੀ ਦਿੱਤੀ ਆ, ਉਹਨਾਂ ਦਾ ਪੂਰਾ ਸਤਿਕਾਰ ਤੂੰ ਕਰਨਾ ਹੈ, ਉਹਨਾਂ ਨੂੰ ਪੂਰਾ ਪਿਆਰ ਦੇਣਾ ਹੈ। ਇਹ ਮੇਰੇ ਗੁਰੂ ਨੇ ਸਿਖਾਇਆ।
मेरे गुरु ने सिखाया है कि पड़ोसियों की मदद करनी, उन्हां नाल नफरत नहीं करनी, उन्होंने प्यार देना है। और गुरमुखो प्यारिओ, लोगों ने सिखाया ओए किसी नूं लागे ना लान लगन दई। गुरु ने सिखाता है हथ जोड़ने ने सब दे अगे, किसी नूं नीवा नहीं गिनना। बिसर गई सब तात पराई, जब ते साध संगत में पाई। ना को वैरी ना बेगाना, सकल संग हमको बनाई। ये मेरे गुरु ने मैनू सिखाता है। इसलिए गुरमुखो प्यारिओ, इस भादरों के महीने दे विच मेरे सतगुरु ने कहा कि पूरन पुन प्रताप ते जाग्यो इसे बैराग। सोयो मोह की नींद में गुर कृपा भयो सजाग। रविदास गुरु चरण को तू कभी ना त्याग। मारे रविदास जी ने साडे कुट कुट के भर दिता है, कुट कुट के गुरु के चरणों में लगना, गुरु की प्राप्ति करनी है। क्योंकि गुर मिलिया हर मेला हो, गुरु मिलेगा तो हरि नाल मेला होना है। हरि नाल मेला होएगा, तेनू इत्थे ही स्वर्ग मिलेगा, तेरा इत्थे ही मोह का नाश हो जाएगा, तेनू इत्थे ही मुक्ति दी, जीवन मुक्ति की प्राप्ति होएगी। लेकिन होएगी कदों? हरि नू जान के, परमात्मा की प्राप्ति करके, और वो गुरु कोलों होंदी है। सो साध संगत, दास वास्ते भी अरदास करो, मैं तुहाडे लई करना। इन्हां बचनां नूं असीं फुल चढ़ाइए, इन्हां ते अमल करिए, अपने जीवन नूं सजाइए। इन्हां बचनां दे नाल दास पासों गलती भुल चुक हो गई होए, दास दोवें हाथ जोड़ के आप जी तो माफ़ी मंगदा है। गुरमुखो जय गुरुदेव, धन गुरुदेव, जय संतां दी।